ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA TV। मैं हाँ वरुण कौर मान। खबरां दे बुलेटिन विच तुहाडा स्वागत है। खबरां दे बुलेटिन दे स्पॉन्सर ने ਰੀਅਲ एस्टेट ब्रोकर मोहन चीमा। ਰੀਅਲ एस्टेट ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਡਿਪਟੀ ਸਪੀਕਰ ਕਾਂਗਰਸ ਵੂਮੈਨ ਕੈਥਰੀਨ ਕਲਾਰਕ ਦਾ ਡਾਕਟਰ ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪੁੱਜਣ ਤੇ ਨਿੱਘਾ ਸਵਾਗਤ। ਅਮਰੀਕਾ ਅਗਲੇ 12 ਮਹੀਨਿਆਂ ਵਿੱਚ ਜਾਰੀ ਕਰ ਸਕਦਾ ਹੈ 8 ਲੱਖ ਵੀਜ਼ੇ। एयरलाइन कंपनी दे रही है सस्तियां टिकटां, लेके आई गर्मियां दी सेल। अमेरिका ने एंटी सैटेलाइट मिसाइल सिस्टम के परीक्षण ते लगाई पाबंदी। नुकसान के डरों लिया यह वड्डा फैसला। कीव जावांगा जां नहीं ये अजे नहीं पता, जो बाइडेन। अमेरिका एरिज़ोना के जंगलों में लगी भयानक अग, सैकड़े घर कराए गए खाली। ਆਸਟ੍ਰੇਲੀਆ ਅਮਰੀਕਾ ਦੀ ਵਧੀ ਚਿੰਤਾ। ਚੀਨ ਨੇ ਸੋਲਮਨ ਟਾਪੂ ਨਾਲ ਕੀਤਾ ਸੁਰੱਖਿਆ ਸਮਝੌਤਾ। ਭਾਰਤੀ ਮੂਲ ਦੀ ਸਾਬਕਾ ਜਲ ਸੈਨਾ ਅਧਿਕਾਰੀ ਨੂੰ ਹੈਰਿਸ ਦਾ ਰੱਖਿਆ ਸਲਾਹਕਾਰ ਕੀਤਾ ਗਿਆ ਨਿਯੁਕਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਸੰਸਦ ਵਿੱਚ ਡਿਪਟੀ ਸਪੀਕਰ ਕਾਂਗਰਸ ਵੂਮਨ ਕੈਥਰੀਨ ਕਲਾਰਕ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸੱਦੇ ਤੇ ਡਾਕਟਰ ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪਧਾਰੇ। ਸਿੱਖ ਭਾਈਚਾਰੇ ਦੇ ਬਹੁਤ ਸਾਰੇ ਆਗੂ ਇਸ ਪ੍ਰਭਾਵਸ਼ਾਲੀ ਅਮਰੀਕਨ ਲੀਡਰ ਦਾ ਸਵਾਗਤ ਕਰਨ ਲਈ ਪਹੁੰਚੇ ਸਨ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਇਕਤਦਾਰ ਚੀਮਾ, ਹਰਪ੍ਰੀਤ ਸਿੰਘ ਸੰਧੂ, ਜਸਵੰਤ ਸਿੰਘ ਹੋਠੀ, ਮਹਿੰਦਰ ਸਿੰਘ ਮਾਨ, ਜਸਦੇਵ ਸਿੰਘ, ਕਰਮਜੀਤ ਸਿੰਘ ਸ਼ਾਹੀ, ਜਸਵਿੰਦਰ ਸਿੰਘ ਜੰਡੀ, ਜਸਜੀਤ ਸਿੰਘ, ਅਮਨ ਕੌਰ ਭੁੱਲਰ ਵੀ ਹਾਜ਼ਰ ਸਨ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਡਿਪਟੀ ਸਪੀਕਰ ਕੈਥਰੀਨ ਕਲਾਰਕ ਜੀ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਦਾ ਇੱਥੇ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ। ਡਾਕਟਰ ਪ੍ਰਿਤਪਾਲ ਸਿੰਘ ਨੇ ਡਿਪਟੀ ਸਪੀਕਰ ਕੈਥਰੀਨ ਕਲਾਰਕ ਵੱਲੋਂ ਵਿਸਾਖੀ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਉਪਰੰਤ ਅਮਰੀਕਨ ਸਿੱਖ ਕਾਕਸ ਦੇ ਹਰਪ੍ਰੀਤ ਸਿੰਘ ਸੰਧੂ ਨੇ ਵਿਸਥਾਰ ਨਾਲ ਅਮਰੀਕਾ ਵਿੱਚ ਸਿੱਖਾਂ ਦੀ ਆਮਦ ਬਾਰੇ ਅਤੇ ਅਮਰੀਕੀ ਰਾਜਨੀਤੀ ਵਿੱਚ ਸਿੱਖਾਂ ਦੀ ਸ਼ਮੂਲੀਅਤ ਬਾਰੇ ਡਿਪਟੀ ਸਪੀਕਰ ਨੂੰ ਜਾਣਕਾਰੀ ਦਿੱਤੀ। ਹਾਜ਼ਰ ਸਿੱਖ ਆਗੂਆਂ ਵੱਲੋਂ ਅਮਰੀਕਾ ਵਿੱਚ ਸਿੱਖ ਮਸਲਿਆਂ ਬਾਰੇ, ਸਿੱਖਾਂ ਦੀ ਅਮਰੀਕਾ ਵਿੱਚ ਗਲਤ ਪਛਾਣ ਬਾਰੇ ਮਸਲੇ ਵਿਚਾਰੇ। ਇਸ ਦੇ ਨਾਲ ਕੁਝ ਆਗੂਆਂ ਨੇ ਭਾਰਤ ਵਿੱਚ ਸਿੱਖ ਨਸਲਕੁਸ਼ੀ ਬਾਰੇ ਵੀ ਆਵਾਜ਼ ਚੁੱਕੀ। ਯੂਨਾਈਟਿਡ ਨੇਸ਼ਨ ਦੇ ਡਾਕਟਰ ਇਕਤਦਾਰ ਚੀਮਾ ਨੇ ਭਾਰਤ ਵਿੱਚ ਸਿੱਖਾਂ ਤੇ ਹੋਏ ਨਸਲਕੁਸ਼ੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਾਂਗਰਸ ਵੂਮੈਨ ਨੂੰ ਅਪੀਲ ਕੀਤੀ ਕਿ ਇਸ ਸੰਬੰਧੀ ਸਿੱਖ ਕੌਮ ਦੀ ਹਮਾਇਤ ਕੀਤੀ ਜਾਵੇ ਤਾਂ ਕਿ ਲੰਬੇ ਸਮੇਂ ਤੋਂ ਲਟਕ ਰਹੇ ਇਸ ਮਾਮਲੇ ਦਾ ਇਨਸਾਫ ਮਿਲ ਸਕੇ। ਡਿਪਟੀ ਸਪੀਕਰ ਕਾਂਗਰਸ ਵੂਮੈਨ ਕੈਥਰੀਨ ਕਲਾਰਕ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੈ ਉਹ ਅੱਜ ਇੱਥੇ ਇਸ ਕੌਮ ਦੇ ਰੂਬਰੂ ਹੋਏ ਨੇ। ਉਹਨਾਂ ਨੇ ਭਰੋਸਾ ਦਿਵਾਇਆ ਕਿ ਮੈਂ ਸਿੱਖ ਨਸਲਕੁਸ਼ੀ ਦੇ ਖਿਲਾਫ ਆਵਾਜ਼ ਚੁੱਕਾਂਗੀ। ਉਹਨਾਂ ਨੇ ਮੰਨਿਆ ਕਿ ਇਹ ਬੜਾ ਘਿਨਾਉਣਾ ਅਪਰਾਧ ਹੈ। ਡਿਪਟੀ ਸਪੀਕਰ ਕੈਥਰੀਨ ਕਲਾਰਕ ਨੇ ਕਿਹਾ ਕਿ ਸਿੱਖ ਕੌਮ ਇੱਕ ਮਿਹਨਤਕਸ਼ ਕੌਮ ਹੈ ਅਤੇ ਇਹਨਾਂ ਵੱਲੋਂ ਅਮਰੀਕਾ ਦੀ ਤਰੱਕੀ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਾਨੂੰ ਇਸ ਕੌਮ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਭਾਰਤ ਵਿਚਾਲੇ ਅਮਰੀਕੀ ਸਫਾਰਤਖਾਨਾ ਅਗਲੇ 12 ਮਹੀਨਿਆਂ ਵਿੱਚ 8 ਲੱਖ ਦੇ ਕਰੀਬ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਆਰੰਭ ਕਰ ਸਕਦਾ ਹੈ। ਇੱਕ ਸੀਨੀਅਰ ਡਿਪਲੋਮੈਟ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਸਫਾਰਤਖਾਨੇ ਵਿੱਚ ਕੌਂਸਲਰ ਮਾਮਲਿਆਂ ਦੇ ਸੀਨੀਅਰ ਅਧਿਕਾਰੀ ਡੌਨ ਐਨ ਹੈਫਲਿਨ ਨੇ ਪੱਤਰਕਾਰਾਂ ਨੂੰ ਕਿਹਾ, ਅਗਲੇ 12 ਮਹੀਨਿਆਂ ਵਿੱਚ 8 ਲੱਖ ਵੀਜ਼ੇ ਜਾਰੀ ਹੋਣ ਦਾ ਅਨੁਮਾਨ ਹੈ। ਅਸੀਂ ਵੀਜ਼ੇ ਸੰਬੰਧੀ ਪ੍ਰਕਿਰਿਆ ਕਈ ਸਲਾਟ ਖੋਲ੍ਹੇ ਨੇ। ਅਸੀਂ H ਅਤੇ L ਵੀਜ਼ੇ ਦੀ ਮੰਗ ਪੂਰੀ ਕਰਨ ਦੀ ਉਮੀਦ ਕਰਦੇ ਹਾਂ। ਉਹਨਾਂ ਨੇ ਕਿਹਾ, ਕਰੋਨਾ ਮਹਾਮਾਰੀ ਤੋਂ ਪਹਿਲਾਂ 12 ਲੱਖ ਵੀਜ਼ੇ ਜਾਰੀ ਕੀਤੇ ਗਏ ਨੇ। ਸਾਲ 2023 ਜਾਂ 2024 ਵਿੱਚ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਵਿੱਚ ਪਹੁੰਚਣ ਦੀ ਉਮੀਦ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਵੀਜ਼ੇ ਸੰਬੰਧੀ ਪ੍ਰਕਿਰਿਆਵਾਂ ਲਈ ਸਫਾਰਤਖਾਨਾ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਟਾਟਾ ਗਰੁੱਪ ਦੀ ਏਅਰਲਾਈਨ ਵਿਸਤਾਰਾ ਏਅਰਲਾਈਨਜ਼ ਇਸ ਸਮੇਂ ਬਹੁਤ ਘੱਟ ਸ਼ੁਰੂਆਤੀ ਕੀਮਤ ਤੇ ਹਵਾਈ ਟਿਕਟਾਂ ਦੀ ਪੇਸ਼ਕਸ਼ ਕਰ ਰਹੀ ਹੈ। ਹਾਲ ਹੀ ਵਿੱਚ ਵਿਸਤਾਰਾ ਵੱਲੋਂ ਆਪਣੀ ਸਮਾਰਟ ਟਾਈਮ ਸੇਲ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਕੰਪਨੀ ਵੱਲੋਂ ਹਵਾਈ ਟਿਕਟਾਂ ਦੀ ਸ਼ੁਰੂਆਤੀ ਕੀਮਤ $2,499 ਰੱਖੀ ਗਈ ਹੈ। ਕੰਪਨੀ ਨੇ ਦੱਸਿਆ ਕਿ ਗਰਮੀਆਂ ਦੀ ਵਿਕਰੀ ਅਰਥ ਵਿਵਸਥਾ, ਪ੍ਰੀਮੀਅਮ ਅਰਥ ਵਿਵਸਥਾ ਤੇ ਕਾਰੋਬਾਰ ਤਿੰਨੋਂ ਸ਼੍ਰੇਣੀਆਂ ਲਈ ਹੈ। 21 ਅਪ੍ਰੈਲ 2022 ਤੱਕ ਬੁਕਿੰਗ ਕਰਕੇ ਘਰੇਲੂ ਹਵਾਈ ਯਾਤਰਾ ਲਈ ਪੇਸ਼ਕਸ਼ ਦਾ ਲਾਭ ਲਿਆ ਜਾ ਸਕਦਾ ਹੈ। ਇਹ ਪੇਸ਼ਕਸ਼ ਵਨ ਵੇ ਘਰੇਲੂ ਇਕਨੋਮੀ ਕਲਾਸ ਲਈ $2,499, ਪ੍ਰੀਮੀਅਮ ਇਕਨੋਮੀ ਕਲਾਸ ਲਈ $3,459 ਅਤੇ ਬਿਜ਼ਨਸ ਕਲਾਸ ਲਈ $9,999 ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਰੂਟ ਲਈ 25 ਅਪ੍ਰੈਲ 2022 ਤੱਕ ਬੁਕਿੰਗ ਕਰਕੇ पेशकश का लाभ लिया जा सकता है। अंतरराष्ट्रीय यात्रा रिटर्न टिकट की शुरुआती कीमत ₹12,099 तो शुरू होती है। प्रीमियम इकनॉमी क्लास की टिकट ₹17,298
₹49 ਤੋਂ ਬਿਜ਼ਨਸ ਕਲਾਸ ਦੀ ਟਿਕਟ 35,549 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਫਰ ਦੇ ਤਹਿਤ ਘਰੇਲੂ ਤੇ ਅੰਤਰਰਾਸ਼ਟਰੀ ਯਾਤਰਾ ਲਈ ਆਫਰ ਦੇ ਤਹਿਤ ਬੁੱਕ ਕੀਤੀਆਂ ਗਈਆਂ ਟਿਕਟਾਂ 20 ਜੂਨ ਤੋਂ 30 ਸਤੰਬਰ 2022 ਦੇ ਵਿਚਕਾਰ ਕੀਤੀਆਂ ਜਾ ਸਕਦੀਆਂ ਨੇ, ਜਾਨੀ ਇਹ ਆਫਰ 20 ਜੂਨ ਤੋਂ 30 ਸਤੰਬਰ 2022 ਦਰਮਿਆਨ ਯਾਤਰਾ ਲਈ ਬੁੱਕ ਕੀਤੀਆਂ ਟਿਕਟਾਂ ਤੇ ਵੈਧ ਹੋਏਗਾ। ਆਫਰ ਤਹਿਤ ਦਿੱਲੀ, ਬੰਬਈ ਤੇ ਉਦੈਪੁਰ ਤੋਂ ਦੇਹਰਾਦੂਨ, ਚੰਡੀਗੜ੍ਹ, ਲਖਨਊ, ਬੈਂਗਲੁਰੂ, ਹੈਦਰਾਬਾਦ, ਪਟਨਾ, ਡਿਬਰੂਗੜ੍ਹ ਤੇ ਚੇਨਈ ਵਰਗੇ ਸ਼ਹਿਰਾਂ ਦੀ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਨੇ। ਦਿੱਲੀ ਤੋਂ ਦੇਹਰਾਦੂਨ ਤੱਕ ਇਕਨੋਮੀ ਕਲਾਸ ਦਾ ਕਿਰਾਇਆ 2,499 ਰੁਪਏ ਹੈ। ਅਮਰੀਕਾ ਨੂੰ ਡਰ ਹੈ ਕਿ ਲੋੜ ਪੈਣ ਤੇ ਚੀਨ ਅਮਰੀਕੀ ਰੋਡਰਾਂ ਅਤੇ ਅਤਿ ਆਧੁਨਿਕ ਹਥਿਆਰ ਪ੍ਰਣਾਲੀ ਨੂੰ ਜਾਮ ਕਰਨ ਲਈ ਪੁਲਾੜ ਤਕਨੀਕ ਦੀ ਵਰਤੋਂ ਕਰ ਸਕਦਾ ਹੈ। ਇਹ ਜਾਣਕਾਰੀ ਯੂਐਸ ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਬਾਈਡਨ ਪ੍ਰਸ਼ਾਸਨ ਨੂੰ ਸੌਂਪੀ ਗਈ ਰਿਪੋਰਟ ਵਿੱਚ ਦਿੱਤੀ ਗਈ ਹੈ। ਇਹ ਰਿਪੋਰਟ ਸਾਹਮਣੇ ਆਉਂਦੇ ਹੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਪ੍ਰੀਖਣ ਨੂੰ ਮੁਅੱਤਲ ਕਰ ਰਿਹਾ। ਉਹ ਖੁਦ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ ਤਾਂ ਜੋ ਦੂਜੇ ਦੇਸ਼ ਵੀ ਇਸ ਮਿਆਰ ਦੀ ਪਾਲਣਾ ਕਰਨ। ਅਮਰੀਕਾ ਨੇ ਲਗਾਤਾਰ ਰੂਸ ਅਤੇ ਚੀਨ ਦੇ ਐਂਟੀ ਸੈਟੇਲਾਈਟ ਮਿਜ਼ਾਈਲ ਪ੍ਰੀਖਣ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਹੁਣ ਤੋਂ 14 ਸਾਲ ਪਹਿਲਾਂ ਇੱਕ ਅਮਰੀਕੀ ਜਲ ਸੈਨਾ ਦੇ ਜੰਗੀ ਬੇੜੇ ਨੇ ਇੱਕ ਖੂਫੀਆ ਉਪਗ੍ਰਹਿ ਨੂੰ ਡੇਗਣ ਲਈ ਇੱਕ ਅਮਰੀਕੀ ਜੰਗੀ ਬੇੜੇ ਤੋਂ ਇੱਕ ਇੰਟਰਸੈਪਟਰ ਮਿਜ਼ਾਈਲ ਨੂੰ ਨਿਸ਼ਾਨਾ ਬਣਾਇਆ। ਰੂਸ ਨੇ ਪਿਛਲੇ ਸਾਲ ਨਵੰਬਰ 'ਚ ਸੋਵੀਅਤ ਦੌਰ ਦੇ ਇੱਕ ਖਰਾਬ ਉਪਗ੍ਰਹਿ ਨੂੰ ਡੇਗਣ ਤੋਂ ਬਾਅਦ ਇਹ ਮੁੱਦਾ ਤੇਜ਼ ਹੋ ਗਿਆ। ਅਮਰੀਕਾ ਨੇ ਚੀਨ ਦੇ ਡਰੋਂ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਪ੍ਰੀਖਣ ਤੇ ਪਾਬੰਦੀ ਲਗਾਈ ਹੈ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੈਲੀਫੋਰਨੀਆ ਦੇ ਵੈਂਡਬਰਗ ਸਪੇਸ ਫੋਰਸ ਬੇਸ ਤੇ ਇਹ ਐਲਾਨ ਕੀਤਾ। ਪੁਲਾੜ ਵਿੱਚ ਕਿਸੇ ਵਸਤੂ ਨੂੰ ਸਿੱਧਾ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲਾ ASAT ਮਿਜ਼ਾਈਲ ਪ੍ਰੀਖਣ ਤੇ ਪਾਬੰਦੀਆਂ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਨਾਲ ਪੁਲਾੜ ਦਾ ਮਲਬਾ ਨਹੀਂ ਵਧੇਗਾ। ਇਸ ਦੇ ਨਾਲ ਧਰਤੀ ਦੇ ਹੇਠਲੇ ਪੰਧ ਤੇ ਤਾਇਨਾਤ ਉਪਗ੍ਰਹਿ ਵੀ ਸੁਰੱਖਿਅਤ ਰਹਿਣਗੇ। ਪਰ ਸਮਝਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਚੀਨ ਦੇ ਡਰੋਂ ਐਂਟੀ ਸੈਟੇਲਾਈਟ ਮਿਜ਼ਾਈਲ ਪ੍ਰਣਾਲੀਆਂ ਦੇ ਪ੍ਰੀਖਣ ਨੂੰ ਰੋਕ ਦਿੱਤਾ ਹੈ ਤਾਂ ਜੋ ਉਸ ਦੇ ਦੁਸ਼ਮਣ ਦੇਸ਼ ਨੂੰ ਚੀਨ ਨੂੰ ਪੁਲਾੜ ਵਿੱਚ ਹਮਲਾ ਕਰਨ ਦਾ ਕੋਈ ਮੌਕਾ ਨਾ ਮਿਲੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹਨਾਂ ਨੂੰ ਫਿਲਹਾਲ ਨਹੀਂ ਪਤਾ ਕਿ ਉਹ ਯੂਕਰੇਨ ਵਿੱਚ ਚੱਲ ਰਹੇ ਰੂਸ ਦੇ ਫੌਜੀ ਅਭਿਆਸ ਦਰਮਿਆਨ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੂੰ ਮਿਲਣ ਲਈ ਜਲਦ ਕੀਵ ਜਾਣਗੇ ਜਾਂ ਨਹੀਂ। ਜਦੋਂ ਬਾਈਡਨ ਨੂੰ ਪੁੱਛਿਆ ਗਿਆ ਕਿ ਉਹ ਕੀਵ ਜਾਣਗੇ ਤਾਂ ਉਹਨਾਂ ਨੇ ਕਿਹਾ, ਮੈਨੂੰ ਨਹੀਂ ਪਤਾ। ਬਾਈਡਨ ਪ੍ਰਸ਼ਾਸਨ ਕਥਿਤ ਤੌਰ ਤੇ ਇੱਕ ਉੱਚ ਪੱਧਰੀ ਅਮਰੀਕੀ ਅਧਿਕਾਰੀ ਨੂੰ ਕੀਵ ਭੇਜਣ ਦੇ ਫੈਸਲੇ ਤੇ ਵਿਚਾਰ ਕਰ ਰਿਹਾ ਹੈ। ਇਹ ਅਧਿਕਾਰੀ ਖੁਦ ਬਾਈਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਰੱਖਿਆ ਸਕੱਤਰ ਲਾਇਡ ਆਸਟਿਨ ਜਾਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਹੋ ਸਕਦੇ ਨੇ। ਜਦੋਂ ਪਿਛਲੇ ਹਫ਼ਤੇ ਇੱਕ ਪੱਤਰਕਾਰ ਨੇ ਬਾਈਡਨ ਨੂੰ ਪੁੱਛਿਆ ਕਿ ਉਹ ਕੀਵ ਜਾਣ ਲਈ ਤਿਆਰ ਨੇ ਤਾਂ ਉਹਨਾਂ ਦਾ ਜਵਾਬ ਹਾਂ ਵਿੱਚ ਦਿੱਤਾ ਸੀ। ਇਸੇ ਦਰਮਿਆਨ ਸੋਮਵਾਰ ਨੂੰ ਵਾਈਟ ਹਾਊਸ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਈਡਨ ਦੀ ਕੀਵ ਜਾਣ ਦੀ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਬਾਈਡਨ ਕੀਵ ਦਾ ਦੌਰਾ ਕਰਨ ਅਤੇ ਉਹਨਾਂ ਨੂੰ ਉਮੀਦ ਸੀ ਕਿ ਉਹ ਅਜਿਹਾ ਕਰਨਗੇ। ਕੋਕੋਨੀਨੋ ਕਾਉਂਟੀ ਸ਼ੈਰਿਫ ਜਿਮ ਡ੍ਰਸਕੋਲ ਨੇ ਮੰਗਲਵਾਰ ਨੂੰ ਦੱਸਿਆ ਕਿ ਪਿੰਡੂ ਉੱਤਰੀ ਐਰੀਜ਼ੋਨਾ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 2 ਦਰਜਨ ਢਾਂਚੇ ਤਬਾਹ ਹੋ ਗਏ ਨੇ। ਕਾਉਂਟੀ ਨੇ ਮੰਗਲਵਾਰ ਨੂੰ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ ਕਿਉਂਕਿ ਤੇਜ਼ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਤੇਜ਼ ਕੀਤਾ, ਜਿਸ ਨਾਲ ਇੱਕ ਪ੍ਰਮੁੱਖ ਹਾਈਵੇ ਬੰਦ ਹੋ ਗਿਆ। ਇਸ ਤੋਂ ਇਲਾਵਾ ਪਾਣੀ ਅਤੇ ਫਾਇਰ ਪ੍ਰੂਫ ਜਹਾਜ਼ਾਂ ਦਾ ਰਸਤਾ ਵੀ ਬੰਦ ਹੋ ਗਿਆ। ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ 766 ਘਰਾਂ ਨੂੰ ਖਾਲੀ ਕਰਵਾਇਆ ਗਿਆ, 1000 ਜਾਨਵਰਾਂ ਨੂੰ ਬਚਾਇਆ ਗਿਆ। ਉਹਨਾਂ ਨੇ ਕਿਹਾ ਕਿ ਅਜੇ ਵੀ ਕੁਝ ਘਰਾਂ ਨੂੰ ਧੂਆਂ ਉੱਠ ਰਿਹਾ ਹੈ ਜਿੱਥੇ ਖਤਰਾ ਟਲਿਆ ਨਹੀਂ। ਡ੍ਰਿਸਕੋਲ ਨੇ ਕਿਹਾ ਕਿ ਸ਼ੈਰਿਫ ਦੇ ਦਫ਼ਤਰ ਨੂੰ ਇੱਕ ਕਾਲ ਮਿਲੀ ਕਿ ਇੱਕ ਵਿਅਕਤੀ ਉਸ ਦੇ ਘਰ ਵਿੱਚ ਫਸਿਆ ਹੋਇਆ ਹੈ, ਪਰ ਫਾਇਰ ਫਾਈਟਰ ਉਸ ਤੱਕ ਨਹੀਂ ਪਹੁੰਚ ਸਕੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਬਚਿਆ ਜਾਂ ਨਹੀਂ। US ਫੋਰੈਸਟ ਸਰਵਿਸ ਨੇ ਕਿਹਾ ਕਿ ਅੱਗ ਦੀਆਂ ਲਪਟਾਂ 100 ਫੁੱਟ ਤੱਕ ਵੱਧ ਰਹੀਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਅੱਗ ਬੁਝਾਉਣ ਵਾਲੇ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਝੱਖੜਾਂ ਦੇ ਵਿਚਕਾਰ ਅੱਗੇ ਵੱਧ ਰਹੇ ਸਨ, ਜਿਸ ਨੇ ਜੰਗਲ ਦੀ ਅੱਗ ਨੂੰ ਹਾਈਵੇ ਤੱਕ ਪਹੁੰਚਾ ਦਿੱਤਾ। ਇਸ ਹਫ਼ਤੇ ਇਸ ਦੇ ਘਟਣ ਦੀ ਉਮੀਦ ਨਹੀਂ ਹੈ। ਕੋਕੀਨੋ ਨੇ ਕਾਉਂਟੀ ਸ਼ੈਰਿਫ ਦੇ ਬੁਲਾਰੇ ਜੌਨ ਪੈਕਸਟਨ ਨੇ ਕਿਹਾ ਕਿ ਅੱਗ ਬਹੁਤ ਤੇਜ਼ ਹੈ ਅਤੇ ਸੁਆਹ ਹਾਈਵੇ ਤੇ ਡਿੱਗ ਰਹੀ ਹੈ। ਇੱਕ ਉੱਚ ਪੱਧਰੀ ਰਾਸ਼ਟਰੀ ਫਾਇਰ ਮੈਨੇਜਮੈਂਟ ਟੀਮ ਦੇ ਇਸ ਹਫ਼ਤੇ ਦੇ ਅੰਤ ਵਿੱਚ ਕੰਮ ਸੰਭਾਲਣ ਦੀ ਉਮੀਦ ਹੈ। ਪੈਕਸਟਨ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜੋ ਮੰਗਲਵਾਰ ਨੂੰ ਨਿਕਾਸੀ ਦੀ ਚੇਤਾਵਨੀ ਦੇਣ ਲਈ ਲੋਕਾਂ ਦੇ ਦਰਵਾਜ਼ੇ ਤੇ ਦਸਤਕ ਦੇ ਰਹੀਆਂ ਸਨ, ਉਹਨਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਣ ਲਈ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ। ਇੱਕ ਬੁਲਾਰੇ ਨੇ ਕਿਹਾ ਕਿ ਐਰੀਜ਼ੋਨਾ ਪਬਲਿਕ ਸਰਵਿਸ ਕੰਪਨੀ ਨੇ ਅੱਗ ਬੁਝਾਉਣ ਵਾਲਿਆਂ ਨੂੰ ਸੁਰੱਖਿਅਤ ਰੱਖਣ ਲਈ ਲਗਭਗ 625 ਗਾਹਕਾਂ ਨੂੰ ਬਿਜਲੀ ਬੰਦ ਕਰ ਦਿੱਤੀ ਹੈ। ਦੁਨੀਆ ਭਰ ਵਿੱਚ ਹੋ ਰਹੀ ਆਲੋਚਨਾ ਦੇ ਬਾਵਜੂਦ ਚੀਨ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਫੌਜੀ ਦਬਦਬਾ ਕਾਇਮ ਕਰਨ ਲਈ ਕਦਮ ਵਧਾ ਦਿੱਤਾ ਹੈ। ਅਸਲ ਵਿੱਚ ਚੀਨ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ
ਛੋਟੇ ਟਾਪੂ ਸੋਲਮਨ ਨਾਲ ਇੱਕ ਵਿਵਾਦਪੂਰਨ ਸੁਰੱਖਿਆ ਸਮਝੌਤਾ ਕੀਤਾ ਹੈ। ਇਸ ਨਾਲ ਆਸਟ੍ਰੇਲੀਆ ਤੇ ਅਮਰੀਕਾ ਦੀ ਚਿੰਤਾ ਵੱਧ ਗਈ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਚੀਨੀ ਫੌਜ PLA ਆਸਟ੍ਰੇਲੀਆ ਸਰਹੱਦ ਤੋਂ ਸਿਰਫ 2000 ਕਿਲੋਮੀਟਰ ਤੱਕ ਪਹੁੰਚਣ ਜਾ ਰਹੀ ਹੈ। ਆਸਟ੍ਰੇਲੀਆ ਤੇ ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਚੀਨ ਹੁਣ ਸੋਲਮਨ ਟਾਪੂ ਤੇ ਫੌਜੀ ਅੱਡਾ ਬਣਾ ਸਕਦਾ ਹੈ। ਇਸ ਤੋਂ ਪਹਿਲਾਂ ਚੀਨ ਨੇ ਅਫਰੀਕਾ ਦੇ ਜਿਬੂਤੀ ਵਿੱਚ ਫੌਜੀ ਅੱਡਾ ਬਣਾ ਕੇ ਦੁਨੀਆ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਸੀ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਨੇ ਇੱਕ ਸਮਝੌਤੇ ਦਸਤਖਤ ਕੀਤੇ ਨੇ। ਇਸ ਤੋਂ 2 ਦਿਨ ਪਹਿਲਾਂ ਇੱਕ ਅਮਰੀਕੀ ਟੀਮ ਸੋਲਮਨ ਟਾਪੂ ਪਹੁੰਚੀ ਸੀ ਤਾਂ ਜੋ ਸੋਲਮਨ ਟਾਪੂ ਦੀ ਚੀਨੀ ਪੱਖ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਸਕੇ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਸੋਲਮਨ ਟਾਪੂ ਤੇ ਸਮਾਜਿਕ ਸਥਿਰਤਾ ਅਤੇ ਲੰਬੇ ਸਮੇਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਚੀਨ ਨੇ ਕਿਹਾ ਹੈ ਕਿ ਇਹ ਸਮਝੌਤਾ ਸੋਲਮਨ ਟਾਪੂ ਅਤੇ ਦੱਖਣੀ ਪ੍ਰਸ਼ਾਂਤ ਦੇ ਸਾਂਝੇ ਹਿੱਤਾਂ ਦੀ ਦਿਸ਼ਾ ਵਿੱਚ ਹੀ ਹੈ। ਚੀਨ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਸੋਲਮਨ ਟਾਪੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਝੌਤੇ ਤੇ 31 ਮਾਰਚ ਨੂੰ ਹਸਤਾਖਰ ਕੀਤੇ ਗਏ ਸਨ ਅਤੇ ਇਸ ਦੀ ਪੁਸ਼ਟੀ ਬਾਅਦ ਵਿੱਚ ਕੀਤੀ ਜਾਏਗੀ। ਆਸਟ੍ਰੇਲੀਆ ਤੇ ਅਮਰੀਕਾ ਨੂੰ ਡਰ ਹੈ ਕਿ ਚੀਨ ਪ੍ਰਸ਼ਾਂਤ ਮਹਾਸਾਗਰ ਵਿੱਚ ਫੌਜੀ ਅੱਡੇ ਬਣਾਉਣ ਦੀ ਕੋਸ਼ਿਸ਼ ਕਰੇਗਾ। ਇਹਨਾਂ ਦੋਵਾਂ ਦੇਸ਼ਾਂ ਨੇ ਸੋਲਮਨ ਟਾਪੂ ਦੇ ਪ੍ਰਧਾਨ ਮੰਤਰੀ ਮਨਸੇ ਸਾਗਵਾਰੇ ਨੂੰ ਸਮਝੌਤੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਸੋਲਮਨ ਟਾਪੂ ਦੇ ਪ੍ਰਧਾਨ ਮੰਤਰੀ ਮਨਸੇ ਨੇ ਉਹਨਾਂ ਦੀ ਗੱਲ ਮੰਨਣ ਦੀ ਬਜਾਏ ਅਮਰੀਕਾ ਦੀ ਆਲੋਚਨਾ ਨੂੰ ਅਤਿਆਚਾਰੀ ਕਰਾਰ ਦਿੱਤਾ। ਚੀਨ ਨੇ ਦਾਅਵਾ ਕੀਤਾ ਹੈ ਕਿ ਸਮਝੌਤਾ ਜਨਤਕ, ਪਾਰਦਰਸ਼ੀ ਅਤੇ ਸਮਾਵੇਸ਼ੀ ਹੈ। ਅਜਿਹਾ ਕਿਸੇ ਤੀਜੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਚੀਨ ਲਈ ਪ੍ਰਸ਼ਾਂਤ ਮਹਾਸਾਗਰ ਵਿੱਚ ਹਮਲਾਵਰਤਾ ਦਿਖਾਉਣ ਦਾ ਰਾਹ ਖੁੱਲ੍ਹ ਜਾਏਗਾ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਮਾਈਕਲ ਸੂਕਰ ਨੇ ਕਿਹਾ ਕਿ ਸੌਦੇ ਦਾ ਮਹੱਤਵਪੂਰਨ ਪ੍ਰਭਾਵ ਹੋਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਇਹ ਸੌਦਾ ਖੇਤਰ ਨੂੰ ਅਸਥਿਰ ਕਰੇਗਾ। ਭਾਰਤੀ ਮੂਲ ਦੀ ਅਮਰੀਕੀ ਜਲ ਸੈਨਾ ਦੀ ਸਾਬਕਾ ਅਧਿਕਾਰੀ ਸ਼ਾਂਤੀ ਸੇਠੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਾਰਜਕਾਰੀ ਸਕੱਤਰ ਅਤੇ ਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਪੋਲੀਟੀਕੋ ਨੇ ਉਪ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਹੇਰ ਬੇਈ ਜਿਸ ਕੇਂਦੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਸੇਠੀ ਨੂੰ ਹਾਲ ਹੀ ਵਿੱਚ ਹੈਰਿਸ ਦੇ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ ਹੈ। ਉਹ ਇੱਕ ਮੁੱਖ ਅਮਰੀਕੀ ਜਲ ਸੈਨਾ ਦੇ ਲੜਾਕੂ ਜਹਾਜ਼ ਦੀ ਪਹਿਲੀ ਭਾਰਤੀ ਅਮਰੀਕੀ ਕਮਾਂਡਰ ਰਹਿ ਚੁੱਕੀ ਹੈ। ਉਹਨਾਂ ਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ ਸੇਠੀ ਦਾ ਕੰਮ ਉਪ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਸਤਾਵੇਜ਼ਾਂ ਦਾ ਤਾਲਮੇਲ ਕਰਨਾ ਹੈ। ਸੇਠੀ ਨੇ ਦਸੰਬਰ 2010 ਤੋਂ ਮਈ 2012 ਤੱਕ ਗਾਈਡ ਮਿਜ਼ਾਈਲ ਵਿਨਾਸ਼ਕਾਰੀ USS ਡਿਕਟੇਚਰ ਦੀ ਕਮਾਨ ਸੰਭਾਲੀ। ਉਹ ਭਾਰਤ ਦਾ ਦੌਰਾ ਕਰਨ ਵਾਲੇ ਅਮਰੀਕੀ ਜਲ ਸੈਨਾ ਦੇ ਜਹਾਜ਼ ਦੀ ਪਹਿਲੀ ਮਹਿਲਾ ਕਮਾਂਡਰ ਵੀ ਸੀ। ਸੇਠੀ ਦੇ ਪਿਤਾ ਇੱਕ ਪ੍ਰਵਾਸੀ ਸਨ ਜੋ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਅਮਰੀਕਾ ਆਏ ਸਨ। ਹੈਰਿਸ ਅਮਰੀਕਾ ਵਿੱਚ ਉਪ ਰਾਸ਼ਟਰਪਤੀ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਸ਼ਖਸੀਅਤ ਨੇ। ਅਮਰੀਕਾ ਵਿੱਚ ਹਵਾਈ ਮੁਸਾਫਰਾਂ ਅਤੇ ਟ੍ਰੇਨ ਜਾਂ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਮਾਸਕ ਲਾਜ਼ਮੀ ਤੌਰ ਤੇ ਵਰਤਣ ਦੇ ਹੁਕਮ ਇੱਕ ਫੈਡਰਲ ਅਦਾਲਤ ਨੇ ਰੱਦ ਕਰ ਦਿੱਤੇ ਨੇ। ਫਲੋਰੀਡਾ ਦੀ ਇੱਕ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਏਅਰਲਾਈਨਜ਼, ਹਵਾਈ ਅੱਡਾ ਪ੍ਰਬੰਧਕਾਂ ਅਤੇ ਟ੍ਰਾਂਜ਼ਿਟ ਸਿਸਟਮ ਵਾਲਿਆਂ ਨੂੰ ਮਾਸਕ ਬਾਰੇ ਆਪਣੇ ਨਿਯਮ ਬਣਾਉਣ ਦੀ ਆਜ਼ਾਦੀ ਦੇ ਦਿੱਤੀ ਹੈ। ਅਦਾਲਤੀ ਫੈਸਲਾ ਆਉਣ ਮਗਰੋਂ ਵੱਡੀਆਂ ਏਅਰਲਾਈਨਜ਼ ਨੇ ਮਾਸਕ ਲਾਉਣ ਜਾਂ ਨਾ ਲਾਉਣ ਦਾ ਫੈਸਲਾ ਮੁਸਾਫਰਾਂ ਤੇ ਛੱਡ ਦਿੱਤਾ, ਜਦਕਿ ਮੁਸਾਫਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹਵਾਈ ਅੱਡਾ ਅਖਵਾਉਣ ਵਾਲੇ ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ ਨੇ ਲਾਜ਼ਮੀ ਮਾਸਕ ਬਾਰੇ ਆਪਣੇ ਹੁਕਮ ਵਾਪਸ ਲੈ ਲਏ। ਪਾਬਲੋ ਕਾਸਟਰੋ ਨਾਮੀ ਵਿਅਕਤੀ ਦੀ ਹੱਤਿਆ ਕਰਨ ਤੇ ਲੁੱਟਮਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਜੋਹਨ ਹੈਨਰੀ ਰਮੀਰੇਸ ਦੀ ਫਾਂਸੀ ਦੀ ਸਜ਼ਾ ਤੇ ਅਮਲ ਇਸ ਸਾਲ ਅਕਤੂਬਰ 'ਚ ਤੈਅ ਹੋਣ ਉਪਰੰਤ ਟੈਕਸਾਸ ਦੇ ਇੱਕ ਅਟਾਰਨੀ ਜਨਰਲ ਨੇ ਮੌਤ ਦੀ ਸਜ਼ਾ ਦਾ ਵਾਰੰਟ ਵਾਪਸ ਲੈ ਲਿਆ ਹੈ, ਜਿਸ ਕਾਰਨ ਰਮੀਰੇਸ ਦੀ ਫਾਂਸੀ ਫਿਲਹਾਲ ਟਲ ਗਈ ਹੈ। ਪਾਬਲੋ ਕਾਸਟਰੋ ਨੂੰ 2004 ਵਿੱਚ ਕਾਰਪਸ ਕ੍ਰਿਸਟੀ ਵਿੱਚ ਇੱਕ ਗ੍ਰੋਸਰੀ ਸਟੋਰ ਦੀ ਪਾਰਕਿੰਗ ਵਿੱਚ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ ਸੀ। ਉਸ ਉੱਪਰ 29 ਵਾਰ ਛੁਰੇ ਨਾਲ ਹਮਲਾ ਕੀਤਾ ਗਿਆ। ਰਮੀਰੇਸ ਨੇ ਇਸ ਘਟਨਾ ਤੋਂ ਬਾਅਦ ਚਾਕੂ ਦੀ ਨੋਕ ਤੇ ਇੱਕ ਹੋਰ ਵਿਅਕਤੀ ਨੂੰ ਲੁੱਟਿਆ ਤੇ ਗ੍ਰਿਫਤਾਰੀ ਤੋਂ ਬਚਣ ਲਈ ਮੈਕਸੀਕੋ ਭੱਜ ਗਿਆ। ਉਹ 3.5 ਸਾਲ ਗ੍ਰਿਫਤਾਰੀ ਤੋਂ ਬਚਦਾ ਰਿਹਾ। ਅਦਾਲਤ ਨੇ ਇਸ ਮਾਮਲੇ ਵਿੱਚ ਰਮੀਰੇਸ ਨੂੰ ਦੋਸ਼ੀ ਕਰਾਰ ਦਿੱਤਾ ਤੇ ਫਾਂਸੀ ਦੀ ਸਜ਼ਾ ਸੁਣਾਈ। ਲੰਘੀ 12 ਅਪ੍ਰੈਲ ਨੂੰ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਨੇ ਰਮੀਰੇਸ ਨੂੰ ਫਾਂਸੀ ਦੀ ਸਜ਼ਾ ਦੇਣ ਲਈ 5 ਅਕਤੂਬਰ 2022 ਤਰੀਕ ਨਿਸ਼ਚਿਤ ਕੀਤੀ, ਪਰ ਇਸ ਦੇ 2 ਦਿਨਾਂ ਬਾਅਦ ਨੂਸੈਸ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਮਾਰਕ ਗੋਨਜ਼ਾਲੇਜ਼ ਨੇ ਇੱਕ ਦਰਖਾਸਤ ਦਾਇਰ ਕਰਕੇ ਰਮੀਰੇਸ ਦੇ ਮੌਤ ਦੇ ਵਾਰੰਟ ਵਾਪਸ ਲੈ ਲਏ। ਉਸਨੇ ਕਿਹਾ ਕਿ ਮੌਤ ਦੀ ਸਜ਼ਾ ਅਨੈਤਿਕ ਕਾਰਵਾਈ ਹੈ ਤੇ ਮੌਤ ਦੀ ਸਜ਼ਾ ਕਿਸੇ ਨੂੰ ਵੀ ਨਹੀਂ ਦਿੱਤੀ ਜਾਣੀ ਚਾਹੀਦੀ। ਯੂਨਾਨ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਨੇ ਰੂਸ ਖਿਲਾਫ ਯੂਰਪੀ ਸੰਘ ਦੀਆਂ ਪਾਬੰਦੀਆਂ ਦੇ ਹਿੱਸੇ ਵਜੋਂ ਏਜੀਅਨ ਸਾਗਰ ਵਿੱਚ ਇੱਕ ਰੂਸੀ ਟੈਂਕਰ ਨੂੰ ਜ਼ਬਤ ਕਰ ਲਿਆ ਹੈ। ਗ੍ਰੀਕ ਕੋਸਟ ਗਾਰਡ ਨੇ ਕਿਹਾ ਕਿ ਉਸਨੇ 15 ਅਪ੍ਰੈਲ ਨੂੰ ਇੱਕ ਤੇਲ ਟੈਂਕਰ ਨੂੰ ਜ਼ਬਤ ਕੀਤਾ ਸੀ ਜਿਸ ਤੇ ਰੂਸ ਦਾ ਝੰਡਾ ਲੱਗਾ ਹੋਇਆ ਸੀ।
ਇਸ ਵਿੱਚ ਰੂਸ ਦੇ 19 ਚਾਲਕ ਦਲ ਦੇ ਮੈਂਬਰ ਸਨ। ਟੈਂਕਰ ਵਰਤਮਾਨ ਵਿੱਚ IVR ਟਾਪੂ ਤੇ ਦੱਖਣੀ ਤੱਟ ਤੇ ਕ੍ਰਿਸਟੋਸ ਦੀ ਖਾੜੀ ਵਿੱਚ ਰੱਖਿਆ ਗਿਆ ਹੈ। ਤੱਟ ਰੱਖਿਅਕ ਨੇ ਕਿਹਾ ਕਿ ਜ਼ਬਤ ਕਰਨ ਦਾ ਹੁਕਮ ਜਹਾਜ਼ ਨਾਲ ਸੰਬੰਧਿਤ ਹੈ, ਨਾ ਕਿ ਇਸ ਦੇ ਸਮਾਨ ਨਾਲ। ਗ੍ਰੀਸ ਯੂਰਪੀ ਸੰਘ ਦਾ ਮੈਂਬਰ ਹੈ। ਯੂਰੋਪੀਅਨ ਯੂਨੀਅਨ ਦੇ ਯੂਕਰੇਨ ਤੇ ਹਮਲੇ ਤੋਂ ਬਾਅਦ ਰੂਸ ਖਿਲਾਫ ਵਿਆਪਕ ਪਾਬੰਦੀਆਂ ਲਗਾਈਆਂ ਗਈਆਂ ਨੇ, ਜਿਸ ਦਾ ਉਦੇਸ਼ ਰੂਸੀ ਅਰਥ ਵਿਵਸਥਾ ਅਤੇ ਇਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਤੇ ਦਬਾਅ ਪਾਉਣਾ ਹੈ। ਪਾਬੰਦੀਆਂ ਵਿੱਚ ਰੂਸ ਦੇ ਝੰਡੇ ਵਾਲੇ ਜਹਾਜ਼ਾਂ ਦੁਆਰਾ ਵੱਖ-ਵੱਖ ਕਿਸਮ ਦੇ ਸਮਾਨ ਦੀ ਦਰਾਮਦ ਅਤੇ ਨਿਰਯਾਤ ਅਤੇ ਯੂਰੋਪੀਅਨ ਯੂਨੀਅਨ ਦੀਆਂ ਬੰਦਰਗਾਹਾਂ ਤੱਕ ਪਹੁੰਚ ਤੇ ਪਾਬੰਦੀ ਸ਼ਾਮਲ ਹੈ। ਬੀਤੇ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਲੈਥਬ੍ਰਿਜ ਦੇ ਇੱਕ ਅਦਾਲਤ ਨੇ ਕੈਨੇਡਾ ਦੇ ਕੂਟਸ ਬਾਰਡਰ ਰਾਹੀਂ ਕੈਨੇਡਾ 'ਚ ਕੋਕੀਨ ਸਮਗਲਿੰਗ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਸਨੀਕ ਪੰਜਾਬੀ ਜੋੜੇ ਨੂੰ ਸਜ਼ਾ ਸੁਣਾਈ ਗਈ। ਪਤੀ ਨੂੰ 10 ਸਾਲ ਅਤੇ ਉਸ ਦੀ ਪਤਨੀ ਨੂੰ 9 ਸਾਲ ਦੀ ਸਜ਼ਾ ਕੱਟਣੀ ਪਏਗੀ। ਕੈਨੇਡੀਅਨ ਅਦਾਲਤ ਵੱਲੋਂ ਇਹ ਸਜ਼ਾ 99.5 ਕਿਲੋ ਦੇ ਕਰੀਬ ਕੋਕੀਨ ਸਮਗਲਿੰਗ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਪੰਜਾਬੀ ਮੂਲ ਦਾ ਜੋੜਾ ਪਤੀ ਗੁਰਮਿੰਦਰ ਸਿੰਘ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਤੂਰ ਨੂੰ ਦਸੰਬਰ ਸਨ 2017 ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੂਟਸ ਬਾਰਡਰ ਤੇ ਉਹਨਾਂ ਦਾ ਸਬਜ਼ੀਆਂ ਦੀ ਡਿਲੀਵਰੀ ਕਰਨ ਵਾਲਾ ਟਰੱਕ ਜਦੋਂ ਰੋਕਿਆ ਗਿਆ ਸੀ, ਉਦੋਂ ਦੋਵੇਂ ਆਪਣੇ ਕਮਰਸ਼ੀਅਲ ਦੇ ਟਰੱਕ ਟ੍ਰੇਲਰ ਰਾਹੀਂ ਕੈਲੀਫੋਰਨੀਆ ਤੋਂ ਏਅਰਡਰੀ ਕੈਨੇਡਾ ਵਿੱਚ ਕੋਕੀਨ ਦੀ ਡਿਲੀਵਰੀ ਕਰਨ ਜਾ ਰਹੇ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਹਨਾਂ ਦੇ ਟਰੱਕ ਦੀ ਜਦੋਂ ਤਲਾਸ਼ੀ ਲਈ ਤਾਂ ਟਰੱਕ ਵਿੱਚ ਲੁਕੋ ਕੇ ਰੱਖੀ ਹੋਈ ਕੋਕੀਨ ਬਰਾਮਦ ਹੋਈ ਸੀ, ਜਿਸ ਦੀ ਬਾਜ਼ਾਰੀ ਕੀਮਤ 5 ਤੋਂ 8 ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲਾਕਡਾਊਨ ਦੌਰਾਨ ਇੱਕ ਗੈਰ ਕਾਨੂੰਨੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਤਹਿ ਦਿਲੋਂ ਮਾਫੀ ਮੰਗੀ ਹੈ। ਨਾਲ ਹੀ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹਨਾਂ ਨੇ ਜਾਣਬੁੱਝ ਕੇ ਨਿਯਮਾਂ ਨੂੰ ਨਹੀਂ ਤੋੜਿਆ ਜਾਂ ਸੰਸਦ ਨੂੰ ਗੁੰਮਰਾਹ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਹਾਊਸ ਆਫ ਕਾਮਨਸ ਵਿੱਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਨੂੰ ਅਜਿਹਾ ਨਹੀਂ ਲੱਗਿਆ ਕਿ ਜਨਮ ਦਿਨ ਲਈ ਕੇਕ ਨਾਲ ਲੋਕਾਂ ਦਾ ਇਕੱਠੇ ਹੋਣਾ ਕੋਈ ਪਾਰਟੀ ਸੀ। ਪਿਛਲੇ ਹਫ਼ਤੇ ਜੌਨਸਨ ਤੇ ਜੂਨ 2020 ਵਿੱਚ 10 ਡਾਊਨਿੰਗ ਸਟਰੀਟ ਵਿੱਚ ਆਪਣੀ ਖੁਦ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਲਈ 50 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ ਸੀ। ਪੁਲਿਸ ਸਰਕਾਰੀ ਬਿਲਡਿੰਗ ਵਿੱਚ ਹੋਈ ਹੋਰ ਕਈ ਪਾਰਟੀਆਂ ਦਾ ਵੀ ਪਤਾ ਲਗਾ ਰਹੀ ਹੈ, ਜਿਨ੍ਹਾਂ ਵਿੱਚ ਕਥਿਤ ਤੌਰ ਤੇ ਜੌਨਸਨ ਸ਼ਾਮਲ ਹੋਏ ਸੀ। ਈਸਟਰ ਦੇ ਜਸ਼ਨ ਵਿੱਚ 11 ਦਿਨ ਦੀਆਂ ਛੁੱਟੀਆਂ ਤੋਂ ਬਾਅਦ ਜੌਨਸਨ ਨੇ ਸੰਸਦ ਮੈਂਬਰਾਂ ਤੋਂ ਮਾਫੀ ਮੰਗੀ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸੋਮਵਾਰ ਨੂੰ ਉਹਨਾਂ ਆਲੋਚਕਾਂ ਤੇ ਪਲਟਵਾਰ ਕੀਤਾ, ਜਿਨ੍ਹਾਂ ਨੇ ਦੇਸ਼ ਦੀ ਉਸ ਨਵੀਂ ਇਮੀਗ੍ਰੇਸ਼ਨ ਨੀਤੀ ਤੇ ਚਿੰਤਾ ਪ੍ਰਗਟ ਕੀਤੀ ਹੈ, ਜਿਸ ਦੇ ਤਹਿਤ ਨਾਜਾਇਜ਼ ਪ੍ਰਵਾਸੀਆਂ ਨੂੰ ਰਵਾਂਡਾ ਭੇਜ ਦਿੱਤਾ ਜਾਏਗਾ। ਪਟੇਲ ਨੇ ਦਾ ਟਾਈਮਜ਼ ਵਿੱਚ ਰਵਾਂਡਾ ਦੇ ਵਿਦੇਸ਼ ਮੰਤਰੀ ਵਿਸੈਂਟ ਵਿਰੂਟਾ ਨਾਲ ਇੱਕ ਸੰਯੁਕਤ ਲੇਖ ਵਿੱਚ ਲਿਖਿਆ ਕਿ ਅਸੀਂ ਹਿੰਮਤੀ ਕਦਮ ਚੁੱਕ ਰਹੇ ਹਾਂ ਅਤੇ ਇਹ ਹੈਰਾਨੀਜਨਕ ਹੈ ਕਿ ਜੋ ਸੰਸਥਾ ਯੋਜਨਾਵਾਂ ਦੀ ਆਲੋਚਨਾ ਕਰਦੇ ਨੇ ਉਹ ਆਪਣੇ ਹੱਲ ਪੇਸ਼ ਕਰਨ ਵਿੱਚ ਅਸਫਲ ਰਹਿੰਦੇ ਨੇ। ਉਹਨਾਂ ਨੇ ਕਿਹਾ ਕਿ ਇਸ ਪੀੜਾ ਨੂੰ ਜਾਰੀ ਰਹਿਣ ਦੇਣਾ ਹੁਣ ਕਿਸੇ ਵੀ ਮਨੁੱਖੀ ਰਾਸ਼ਟਰ ਲਈ ਕੋਈ ਬਦਲ ਨਹੀਂ ਹੈ। ਪਟੇਲ ਅਤੇ ਬਿਰੂਟਾ ਨੇ ਲੇਖ ਵਿੱਚ ਕਿਹਾ ਕਿ ਰਵਾਂਡਾ ਵਿਸ਼ਵ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਉਹ ਪਹਿਲਾਂ ਹੀ ਕਈ ਦੇਸ਼ਾਂ ਦੇ 1,30,000 ਸ਼ਰਨਾਰਥੀਆਂ ਨੂੰ ਐਡਜਸਟ ਕਰ ਚੁੱਕਾ ਹੈ। ਇਸ ਨੀਤੀ ਨੂੰ ਆਪਣੀ ਤਰ੍ਹਾਂ ਦੀ ਵਿਸ਼ਵ ਦੀ ਪਹਿਲੀ ਸਾਂਝੇਦਾਰੀ ਕਰਾਰ ਦਿੱਤਾ ਗਿਆ, ਜਿਸ ਦਾ ਐਲਾਨ ਪਿਛਲੇ ਹਫ਼ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੀਤਾ ਸੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਦੇ ਨੈਟਵਰਕ ਨਾਲ ਜੁੜੇ ਇੱਕ ਜੰਤਰ ਨੂੰ ਬਹੁਤ ਸ਼ਕਤੀਸ਼ਾਲੀ ਸਪਾਈਵੇਅਰ ਮਿਲਿਆ ਹੈ, ਜੋ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਆਪਰੇਟਰ ਨਾਲ ਜੁੜਿਆ ਹੋਇਆ ਹੈ। ਇਸ ਸਪਾਈਵੇਅਰ ਦੀ ਮਦਦ ਨਾਲ 24 ਘੰਟੇ ਮੈਸੇਜ, ਫੋਟੋ ਅਤੇ ਫੋਨ ਕਾਲ ਤੇ ਨਜ਼ਰ ਰੱਖੀ ਜਾ ਸਕਦੀ ਹੈ। ਯੂਕੇ ਸਾਈਬਰ ਸੁਰੱਖਿਆ ਵਿੱਚ ਇਹ ਵੱਡੀ ਖਾਮੀ 7 ਜੁਲਾਈ 2020 ਨੂੰ ਹੋਈ। ਜਾਂਚਕਰਤਾਵਾਂ ਦੇ ਅਨੁਸਾਰ ਇਜ਼ਰਾਈਲ ਦੇ ਪੈਗਸਾਸ ਸਪਾਈਵੇਅਰ ਨੇ ਪਿਛਲੇ ਸਾਲ ਜੁਲਾਈ 2020 ਤੋਂ ਜੂਨ ਦੇ ਵਿਚਕਾਰ ਘੱਟੋ-ਘੱਟ 5 ਮੌਕਿਆਂ ਤੇ ਵਿਦੇਸ਼ੀ ਦਫ਼ਤਰ ਨਾਲ ਜੁੜੇ ਮੋਬਾਈਲ ਨੂੰ ਵੀ ਨਿਸ਼ਾਨਾ ਬਣਾਇਆ। ਖਬਰ ਮੁਤਾਬਕ ਇਹਨਾਂ ਦੇ ਸੰਚਾਲਨ UAE, ਭਾਰਤ, ਸਾਈਪਰਸ ਅਤੇ ਜਾਰਡਨ ਨਾਲ ਸੰਬੰਧਿਤ ਸਨ। ਤਾਂ ਨਿਊਯਾਰਕਰ ਮੈਗਜ਼ੀਨ ਲਈ ਕੰਮ ਕਰਨ ਵਾਲੇ ਇੱਕ ਖੋਜੀ ਪੱਤਰਕਾਰ ਨੇ 10 ਨੰਬਰ ਤੇ ਇੱਕ ਸਾਈਬਰ ਹਮਲੇ ਦਾ ਪਰਦਾਫਾਸ਼ ਕੀਤਾ। ਰਿਪੋਰਟ ਮੁਤਾਬਕ ਡਾਊਨਿੰਗ ਸਟਰੀਟ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਮੇਤ ਕਈ ਲੋਕਾਂ ਦੇ ਫੋਨ ਹੈਕ ਕਰ ਲਏ ਗਏ ਸੀ। ਟੋਰਾਂਟੋ ਯੂਨੀਵਰਸਿਟੀ ਦੇ ਸਿਟੀਜ਼ਨ ਲੈਬ ਸੈਂਟਰ ਦੇ ਸੀਨੀਅਰ ਖੋਜਕਰਤਾ ਜੌਨ ਸਕਾਟ ਰੈਲਟਨ ਨੇ ਕਿਹਾ ਕਿ ਜਦੋਂ ਸਾਨੂੰ 10 ਕੇਸ ਬਾਰੇ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਿਆ। ਉਹਨਾਂ ਨੇ ਦਾਅਵਾ ਕੀਤਾ ਕਿ ਬ੍ਰਿਟੇਨ ਨੇ ਪੈਗਸਾਸ ਦੀ ਧਮਕੀ ਨੂੰ ਹਲਕੇ 'ਚ ਲਿਆ ਹੈ। ਖਬਰਾਂ ਮੁਤਾਬਕ ਜੇਕਰ ਪੈਗਸਾਸ ਫੋਨ ਵਿੱਚ ਮੌਜੂਦ ਹੈ ਤਾਂ ਇਹ ਫੋਨ ਤੇ ਮਿਲੇ ਜਾਂ ਭੇਜੇ ਗਏ ਕਿਸੇ ਵੀ ਮੈਸੇਜ ਨੂੰ ਕਾਪੀ ਕਰ ਸਕਦਾ ਹੈ, ਫੋਨ ਕਾਲ ਰਿਕਾਰਡ ਕਰ ਸਕਦਾ ਹੈ, ਫੋਟੋਆਂ ਚੋਰੀ ਕਰ ਸਕਦਾ ਹੈ ਤੇ ਯੂਜ਼ਰਸ ਦੇ ਕੈਮਰੇ ਰਾਹੀਂ ਵੀ ਦੇਖ ਸਕਦਾ ਹੈ ਤੇ ਮਾਈਕਰੋਫੋਨ ਨੂੰ ਐਕਟਿਵ ਕਰਕੇ ਗੱਲਬਾਤ ਰਿਕਾਰਡ ਵੀ ਕਰ ਸਕਦਾ ਹੈ। ਇਹ ਕਿਸੇ ਦੀ ਜਾਸੂਸੀ ਕਰਨ ਲਈ ਵਰਤਿਆ ਜਾਂਦਾ ਹੈ, ਜੋ ਦੱਸਦਾ ਹੈ ਕਿ ਉਹ ਵਿਅਕਤੀ ਕਿੱਥੇ ਹੈ, ਕਿੱਥੇ ਜਾ ਰਿਹਾ, ਕਿਸ ਨੂੰ ਮਿਲ ਰਿਹਾ। ਪੰਜਾਬ ਵਿੱਚ ਵੱਧਦੇ ਕਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੀ ਅਲਰਟ ਹੋ ਗਈ ਹੈ। ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਲਈ ਕਿਹਾ।
ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਐਕਟਿਵ ਕੇਸਾਂ ਵਿੱਚ ਵਾਧਾ ਹੋਇਆ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 21 ਨਵੇਂ ਮਰੀਜ਼ ਮਿਲੇ ਨੇ। ਇਸ ਦੇ ਨਾਲ ਹੀ ਐਕਟਿਵ ਕੇਸ ਹੁਣ 100 ਦੇ ਨੇੜੇ ਜਾਨੀ 90 ਹੋ ਗਏ ਨੇ। ਮੰਗਲਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ 8 ਮਰੀਜ਼ ਲੁਧਿਆਣਾ ਅਤੇ 5 ਮਰੀਜ਼ ਜਲੰਧਰ ਤੋਂ ਸਾਹਮਣੇ ਆਏ। ਹਾਲਾਂਕਿ ਇੱਥੇ ਪੋਜ਼ਿਟਿਵਿਟੀ ਰੇਟ 1% ਤੋਂ ਵੀ ਘੱਟ ਹੈ। ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਨਵੇਂ ਮਰੀਜ਼ ਅਤੇ ਪੋਜ਼ਿਟਿਵ ਰੇਟ ਚਿੰਤਾ ਦਾ ਵਿਸ਼ਾ ਨਹੀਂ ਹੈ, ਪਰ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਫਿਲਹਾਲ ਅਜਿਹਾ ਮਾਹੌਲ ਨਹੀਂ ਹੈ, ਇਸ ਲਈ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਫਿਰ ਵੀ ਭੀੜ ਵਾਲੀਆਂ ਥਾਵਾਂ ਤੇ ਨਾ ਜਾਓ। ਜੇ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਾਓ। ਪੰਜਾਬ ਪਹਿਲਾਂ ਵੀ ਮਾੜੇ ਹਾਲਾਤ ਵੇਖ ਚੁੱਕਾ ਹੈ। ਦੱਸ ਦਈਏ ਕਿ ਪੰਜਾਬ 'ਚ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 17,743 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੈੱਟਫਲਿਕਸ ਨੂੰ ਪਿਛਲੀਆਂ ਕੁਝ ਤਿਮਾਹੀਆਂ 'ਚ ਭਾਰੀ ਨੁਕਸਾਨ ਹੋਇਆ। ਰਿਪੋਰਟ ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਨੈੱਟਫਲਿਕਸ ਦੇ ਯੂਜ਼ਰ ਬੇਸ ਵਿੱਚ ਕਮੀ ਆਈ ਹੈ, ਜਿਹੇ 'ਚ ਕਰੀਬ 100 ਦਿਨ 'ਚ ਨੈੱਟਫਲਿਕਸ ਦੇ 2 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰਸ ਘੱਟ ਹੋਏ ਨੇ। ਨੈੱਟਫਲਿਕਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ 'ਚ ਗਾਹਕਾਂ ਦੀ ਗਿਣਤੀ ਘੱਟ ਹੋਈ ਹੈ। 31 ਮਾਰਚ 2022 ਨੂੰ ਖਤਮ ਹੋਈ ਤਿਮਾਹੀ ਦੇ ਅਨੁਸਾਰ ਨੈੱਟਫਲਿਕਸ ਦੇ ਗਾਹਕਾਂ ਦੀ ਗਿਣਤੀ ਘੱਟ ਗਈ ਹੈ, ਜੋ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਥੋੜਾ ਘੱਟ ਹੈ। ਸਾਡੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਨਾਲ ਹੀ ਯੁੱਧ ਕਾਰਨ ਯੂਕਰੇਨ ਵਿੱਚ ਨੈੱਟਫਲਿਕਸ ਸੇਵਾ ਵੀ ਪ੍ਰਭਾਵਿਤ ਹੋਈ ਹੈ, ਜਿਹੇ 'ਚ ਕੰਪਨੀ ਦਾ ਦਾਅਵਾ ਹੈ ਕਿ ਯੁੱਧ ਦਾ ਕਾਰਨ ਉਸਦੇ ਗਾਹਕਾਂ ਦੀ ਗਿਣਤੀ 'ਚ ਕਮੀ ਆਈ ਹੈ। ਸਿਲੀਕਾਨ ਵੈਲੀ ਟੈਕ ਫਰਮ ਨੈੱਟਫਲਿਕਸ ਨੇ ਇਸ ਸਾਲ ਦੀ ਪਹਿਲੀ ਤਿਮਾਹੀ 'ਚ $1.6 ਬਿਲੀਅਨ ਦੀ ਸ਼ੁੱਧ ਕਮਾਈ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਉਸਨੇ ਕੁੱਲ $1.7 ਮਿਲੀਅਨ ਦੀ ਕਮਾਈ ਕੀਤੀ ਸੀ। ਨੈੱਟਫਲਿਕਸ ਦੇ 2 ਲੱਖ ਗਾਹਕਾਂ ਦੇ ਨੁਕਸਾਨ ਤੋਂ ਬਾਅਦ ਕੰਪਨੀ ਦੇ ਸਟਾਕ ਵਿੱਚ 25% ਦੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਅਨੁਸਾਰ ਕੋਵਿਡ ਦੇ ਕਾਰਨ ਲੋਕ ਵੱਡੀ ਗਿਣਤੀ ਵਿੱਚ ਘਰ ਤੋਂ ਕੰਮ ਕਰ ਰਹੇ ਸਨ, ਜਿਸ ਕਾਰਨ ਸਾਲ 2020 ਵਿੱਚ ਕੰਪਨੀ ਦੀ ਵਿਕਾਸ ਦਰ ਬਹੁਤ ਤੇਜ਼ ਸੀ। ਨੈੱਟਫਲਿਕਸ ਦਾ ਮੰਨਣਾ ਹੈ ਕਿ ਗਾਹਕ ਆਪਣੇ ਖਾਤਿਆਂ ਨੂੰ ਉਹਨਾਂ ਲੋਕਾਂ ਨਾਲ ਸਾਂਝਾ ਕਰਦੇ ਨੇ ਜੋ ਉਹਨਾਂ ਦੇ ਘਰ ਵਿੱਚ ਨਹੀਂ ਰਹਿੰਦੇ, ਜਿਸ ਨਾਲ ਕੰਪਨੀ ਨੂੰ ਨੁਕਸਾਨ ਹੋ ਰਿਹਾ। ਕੰਪਨੀ ਨੇ ਕਿਹਾ ਕਿ ਲਗਭਗ 222 ਮਿਲੀਅਨ ਪਰਿਵਾਰ ਨੈੱਟਫਲਿਕਸ ਦੀ ਵਰਤੋਂ ਕਰ ਰਹੇ ਨੇ, ਜਦਕਿ ਨੈੱਟਫਲਿਕਸ ਖਾਤਿਆਂ ਦੀ ਗਿਣਤੀ 100 ਮਿਲੀਅਨ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।